ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤ ਗਿਆਨ ਚੈਨਲ ਨੂੰ ਵੇਖਣ ਸੁਣਨ ਵਾਲਿਓ, ਤੁਸੀਂ ਬਹੁਤ ਮਾਣ ਪਿਆਰ ਦਿੱਤਾ ਹੈ। ਇਸ ਵਿਚਾਰਧਾਰਾ ਨੂੰ ਪਸੰਦ ਕਰ ਰਹੇ ਹੋ ਅਤੇ ਆਪਣੇ ਸੰਗੀਆਂ ਸਾਥੀਆਂ ਤੱਕ ਪਹੁੰਚਾਉਣ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹੋ। ਅੱਜ ਤੁਹਾਡੇ ਨਾਲ ਛੋਟੇ ਛੋਟੇ ਕੁਝ ਵਿਸ਼ੇ ਸਾਂਝੇ ਕਰਨ ਲੱਗਿਆ ਹਾਂ। ਪਹਿਲਾ ਵਿਸ਼ਾ ਹੈ ਸਿੱਖੀ ਜੀਵਨ ਕਿਹੋ ਜਿਹਾ ਹੋਵੇ। ਸਾਡੇ ਆਮ ਤੌਰ 'ਤੇ ਸਾਨੂੰ ਸਿੱਖ ਕਿਹਾ ਜਾਂਦਾ ਹੈ, ਜੋ ਕਿ ਕੋਈ ਬੁਰੀ ਗੱਲ ਨਹੀਂ ਹੈ। ਭਾਵ ਹੈ ਕਿ ਸਿੱਖਿਆ ਲੈਣ ਵਾਲਾ ਜਾਂ ਆਪਣੇ ਰਹਿਬਰ ਦੀ ਸਿੱਖਿਆ 'ਤੇ ਚੱਲਣ ਵਾਲਾ। ਅਤੇ ਜਿਹਨੇ ਸਿੱਖਿਆ ਹੀ ਨਹੀਂ ਲਈ ਅਤੇ ਆਪਾਂ ਉਹਨੂੰ ਵੀ ਸਿੱਖ ਕਹਿ ਦਿੰਦੇ ਹਾਂ, ਕਿਉਂਕਿ ਮਨ ਕਰਕੇ ਉਹ ਵੀ ਇਸ ਧਰਮ ਨੂੰ, ਇਸ ਵਿਚਾਰਧਾਰਾ ਨੂੰ ਮੰਨਦਾ ਹੈ। ਪਰ ਹੁਣ ਦੇਖਣਾ ਇਹ ਹੈ ਕਿ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ। ਅਸੀਂ ਜਦੋਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਬਕਾਇਦਾ ਬੱਚਿਆਂ ਨੂੰ ਵੱਖਰੀ ਕਿਸਮ ਦੀ, ਵਧੀਆ ਕਿਸਮ ਦੀ, ਆਮ ਲੋਕਾਂ ਨਾਲੋਂ ਚੰਗੇ ਵਿਦਵਾਨ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਉਹਦੇ ਬਕਾਇਦਾ ਇਮਤਿਹਾਨ ਵੀ ਲਏ ਜਾਂਦੇ ਨੇ। ਅਤੇ ਜਿਹੜੇ ਬੱਚੇ ਵੱਧ ਨੰਬਰ ਲੈ ਜਾਂਦੇ ਨੇ, ਪੜ੍ਹਨ ਦੇ ਵਿੱਚ ਹੁਸ਼ਿਆਰ ਨੇ, ਉਹਨਾਂ ਦਾ ਮਾਣ ਤਾਣ ਵੀ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਦਾ ਉਹ ਕੋਈ ਭਲਾ ਵੀ ਕਰ ਸਕਣ ਅਤੇ ਸਮਾਜ ਦਾ ਕੋਈ ਸੁਧਾਰ ਵੀ ਕਰ ਸਕਣ। ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਰੀ ਦੁਨੀਆ ਦੇ ਵਿੱਚ ਹੀ ਹੁੰਦੀਆਂ ਨੇ, ਇਕੱਲੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੀ ਨਹੀਂ। ਬੱਚਿਆਂ ਨੂੰ ਅੱਗੇ ਵਧਣ ਵਾਸਤੇ ਬਹੁਤ ਤਰ੍ਹਾਂ ਦੇ ਢੰਗਾਂ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਅਤੇ ਸਾਡੇ ਸਿੱਖੀ ਜੀਵਨ ਕਿਹੋ ਜਿਹਾ ਹੋਵੇ, ਇਹਦੇ ਵਾਸਤੇ ਕੋਈ ਪ੍ਰਬੰਧ ਨਹੀਂ ਹੈ ਕਿ ਕੋਈ ਵੱਡਾ ਅਦਾਰਾ, ਵੱਡੀ ਸੰਸਥਾ ਬੱਚਿਆਂ ਨੂੰ ਇਸ ਪਾਸੇ ਤੁਰਨ ਦੇ ਵਿੱਚ ਕੋਈ ਉਹਨਾਂ ਦੀ ਮਦਦ ਕਰੇ। ਚਾਹੀਦਾ ਤਾਂ ਇਹ ਹੈ ਕਿ ਇੱਕ ਸਿੱਖ ਆਪਣੇ ਤੌਰ 'ਤੇ ਵੀ ਉਸ ਸਟੱਡੀ ਕਰੇ, ਪੜ੍ਹਾਈ ਲਿਖਾਈ ਕਰੇ ਅਤੇ ਗੁਰਬਾਣੀ ਨੂੰ ਵੀ ਅਰਥਾਂ ਸਮੇਤ ਚੰਗੀ ਤਰ੍ਹਾਂ ਸਮਝੇ। ਫਿਰ ਉਹ ਆਪਣੇ ਜੀਵਨ ਨੂੰ ਆਪਣੇ ਤੱਕ ਸੀਮਿਤ ਨਾ ਰੱਖੇ। ਪਿਛਲੇ ਸਮੇਂ 'ਚ ਬਹੁਤ ਕੁਝ ਇਹੋ ਜਿਹਾ ਵਾਪਰ ਗਿਆ। ਜਿਹੜੇ ਸਿੱਖ ਪਰਉਪਕਾਰੀ, ਜਿਹੜੇ ਸਿੱਖ ਮਿਹਨਤੀ, ਉੱਦਮੀ, ਬਹਾਦਰ, ਹਰ ਤਰ੍ਹਾਂ ਦੇ ਨੇਕੀ ਦੇ ਗੁਣਾਂ ਨਾਲ ਭਰਪੂਰ ਸਨ, ਉਹਨਾਂ ਨੂੰ ਚੌਂਕੜੇ ਮਾਰ ਕੇ, ਅੱਖਾਂ ਮੀਟ ਕੇ ਮੰਤਰ ਜਾਪ ਕਰਨ ਲਾ ਦਿੱਤਾ ਗਿਆ। ਸਾਰੇ ਪਾਸੇ ਇਸ ਤਰ੍ਹਾਂ ਦਾ ਪ੍ਰਚਾਰ ਹੋ ਗਿਆ ਅਤੇ ਅੱਜ ਸਿੱਖ ਮੰਤਰ ਜਾਪ ਕਰਦੇ ਕਰਦੇ, ਵਾਹਿਗੁਰੂ ਅੱਗੇ ਅਰਦਾਸਾਂ, ਮਿੰਨਤਾਂ, ਜੋਦੜੀਆਂ ਕਰਦੇ ਕਰਦੇ ਗੁਲਾਮੀ ਦੇ ਡੂੰਘੇ ਖੱਡੇ 'ਚ ਡਿੱਗ ਪਏ ਨੇ। ਗੁਲਾਮੀ ਇਕੱਲੀ ਰਾਜਨੀਤਿਕ ਨਹੀਂ ਹੁੰਦੀ, ਤਰ੍ਹਾਂ ਤਰ੍ਹਾਂ ਦੀ ਆਲੇ ਦੁਆਲੇ ਗੁਲਾਮੀ, ਕਿਤੇ ਜਾਦੂ ਮੰਤਰਾਂ ਦੀ, ਸਾਧਾਂ ਸੰਤਾਂ ਦੀ, ਵਹਿਮਾਂ ਭਰਮਾਂ ਦੀ, ਪਖੰਡਾਂ ਦੀ, ਅਗਿਆਨਤਾ ਦੀ, ਹਰ ਪਾਸੇ ਸਾਡੇ ਗੁਲਾਮੀ ਛਾ ਗਈ। ਉਸ ਗੁਲਾਮੀ ਤੋਂ ਬਚਣ ਵਾਸਤੇ ਆਪਾਂ ਨੇ ਅਕਲਮੰਦ ਬਣਨਾ ਸੀ, ਗਿਆਨਵਾਨ ਬਣਨਾ ਸੀ, ਗੁਰੂ ਦੀ ਸਿੱਖਿਆ ਲੈਣੀ ਸੀ। ਸਿੱਖਿਆ ਲੈ ਕੇ ਅਸੀਂ ਚੰਗੇ ਇਨਸਾਨ ਬਣਨਾ ਸੀ। ਗੁਰੂ ਸਾਹਿਬ ਨੇ ਤਾਂ ਅੱਜ ਤੋਂ 500-600 ਸਾਲ ਪਹਿਲਾਂ ਇੰਨੀਆਂ ਵਧੀਆ ਗੱਲਾਂ ਗੁਰਬਾਣੀ 'ਚ ਲਿਖ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ ਤਾਂ ਕਿ ਤੁਸੀਂ ਵਿਗਿਆਨਕ ਯੁੱਗ ਵਾਂਗੂ ਜਿਉ ਸਕੋ, ਆਪਣੇ ਜੀਵਨ ਨੂੰ ਵਧੀਆ ਬਣਾ ਸਕੋ, ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਸਕੋ, ਮੁਸ਼ਕਲਾਂ ਮੁਸੀਬਤਾਂ 'ਤੇ ਫਤਿਹ ਪਾ ਸਕੋ ਅਤੇ ਤੁਸੀਂ ਵਿਦਵਾਨ ਬਣ ਸਕੋ, ਬਹਾਦਰ ਬਣ ਸਕੋ, ਰਾਜਨੇਤਾ ਬਣ ਸਕੋ, ਅਫਸਰ ਬਣ ਸਕੋ। ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਸਿੱਖਿਆ ਦਿੱਤੀ ਸੀ ਅਤੇ ਇੱਕ ਨਮੂਨੇ ਦਾ ਇਨਸਾਨ ਹੀ ਸਿੱਖ ਅਖਵਾਉਂਦਾ ਸੀ। ਅਤੇ ਲੋਕੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖਾਂ ਦਾ ਮਾਣ ਕਰਦੇ ਸੀ, ਕਿਉਂਕਿ ਇਹਨਾਂ ਦੇ ਕੋਲੇ ਗੁਣ ਸੀ, ਇਹਨਾਂ ਦੇ ਕੋਲੇ ਬਹਾਦਰੀ ਸੀ, ਕੰਮ ਕਰਨ ਦਾ ਜਜ਼ਬਾ ਸੀ, ਹਿੰਮਤ ਉੱਦਮ ਸੀ। ਭਾਰਤ ਦੇ ਵਿੱਚ ਜਿਹੜੇ ਜਰਵਾਣੇ ਚੜ੍ਹ ਕੇ ਆਉਂਦੇ ਸੀ, ਇੱਥੋਂ ਦੇ ਲੋਕਾਂ ਨੂੰ ਪੈਰਾਂ ਥੱਲੇ ਲਤਾੜਦੇ ਸੀ, ਕਤਲ ਕਰਦੇ ਸੀ, ਅਪਮਾਨਿਤ ਕਰਦੇ ਸੀ। ਉਹ ਸਾਰਾ ਕੁਝ ਇਤਿਹਾਸ ਸਾਡੇ ਸਾਹਮਣੇ ਹੈ ਕਿ ਗੁਰੂ ਸਾਹਿਬ ਨੇ ਇਹੋ ਜਿਹੇ ਲੋਕਾਂ ਨਾਲ ਮੁਕਾਬਲਾ ਕਰਨ ਦੀ ਇੱਥੋਂ ਦੇ ਬੁੱਝਦਿਲ ਲੋਕਾਂ ਦੇ ਵਿੱਚ ਹਿੰਮਤ, ਹੌਸਲਾ ਪੈਦਾ ਕੀਤਾ ਅਤੇ ਅੰਤ ਨੂੰ ਸਿੱਖ ਰਾਜ ਪ੍ਰਾਪਤ ਕਰਨ ਦੇ ਵਿੱਚ ਵੀ ਕਾਮਯਾਬ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਨੂੰ ਆਪਾਂ ਕਹਿੰਦੇ ਹਾਂ। ਉਪਰੰਤ ਅੰਗਰੇਜ਼ਾਂ ਨੇ, ਕਿਉਂਕਿ ਉਹ ਸਾਡੇ ਨਾਲੋਂ ਵੱਧ ਅਕਲਮੰਦ ਸਨ, ਉਹਨਾਂ ਕੋਲੇ ਆਧੁਨਿਕ ਹਥਿਆਰ ਸਨ ਅਤੇ ਉਹਨਾਂ ਨੂੰ ਰਾਜਨੀਤੀ ਦੇ ਦਾਅ ਪੇਚ ਆਉਂਦੇ ਸਨ ਅਤੇ ਉਹਨਾਂ ਨੇ ਸਿੱਖਾਂ ਨੂੰ ਨਾਮ ਸਿਮਰਨ ਦੇ ਰਾਹ ਪਾਉਣ ਦੇ ਵਿੱਚ ਯੋਗਦਾਨ ਪਾਇਆ, ਸਾਧ ਸੰਤ ਪੈਦਾ ਕਰ ਦਿੱਤੇ ਅਤੇ ਸਾਨੂੰ ਬਹਾਦਰੀ ਵਾਲੇ ਪੱਖ ਤੋਂ ਮੋੜ ਕੇ
ਕੇਵਲ ਸੇਵਾਦਾਰ ਬਣਾ ਲਿਆ ਤੇ ਜਿਹੜੇ ਸਾਡੇ ਪਹਿਲਾਂ ਕਿਰਪਾਨ ਆਦਿਕ ਹਥਿਆਰ ਸੀ ਉਹਨਾਂ ਨੂੰ ਚਿੰਨ੍ਹਾਂ ਦਾ ਰੂਪ ਦੇ ਦਿੱਤਾ ਗਿਆ। ਅੱਜ ਸਿੱਖੀ ਤਕਰੀਬਨ ਚਿੰਨ੍ਹਾਂ ਦੀ ਰਹਿ ਗਈ ਹੈ। ਅੰਦਰ ਜੋ ਜਜ਼ਬਾ ਸੀ, ਅੰਦਰ ਜੋ ਸਿਆਣਪ ਸੀ, ਚੰਗੇ ਇਨਸਾਨੀ ਗੁਣ ਸੀ, ਗੁਰਬਾਣੀ ਅਨੁਸਾਰੀ ਜੀਵਨ ਸੀ, ਨਮੂਨੇ ਦਾ ਇਨਸਾਨ ਬਣ ਕੇ ਸਮਾਜ ਨੂੰ ਵਿਖਾਉਣਾ ਸੀ, ਉਹ ਸਾਡੇ 'ਚ ਗੁਣ ਹੁਣ ਨਹੀਂ ਰਹਿ ਗਏ। ਅਸੀਂ ਸਿੱਖੀ ਦੇ ਪੜ੍ਹ ਕੇ ਵਿਚਾਰ ਕੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਹੈ ਤੇ ਫਿਰ ਲੋਕੀ ਆਪਣੇ ਆਪ ਕਹਿਣਗੇ ਕਿ ਆਹ ਹੈ ਗੁਰੂ ਦਾ ਅਸਲੀ ਸਿੱਖ, ਜਿਹੜਾ ਇੰਨੇ ਉੱਤਮ ਦਰਜੇ ਦੇ ਕਾਰਜ ਕਰਦਾ ਤੇ ਉੱਤਮ ਦਰਜੇ ਦੀ ਇਹਦੇ ਕੋਲੇ ਵਿਚਾਰਧਾਰਾ ਹੈ ਤੇ ਆਪਾਂ ਵੀ ਇਸ ਤਰ੍ਹਾਂ ਦੇ ਸਿੱਖ ਬਣਨ ਦਾ ਉਪਰਾਲਾ ਕਰੀਏ। ਇਹ ਐਵੇਂ ਕਿਤੋਂ ਸਿੱਖੀ ਆਕਾਸ਼ 'ਚੋਂ ਉਤਰ ਕੇ ਨਹੀਂ ਆਉਣੀ, ਇਹ ਗੁਰਬਾਣੀ 'ਚ ਮੌਜੂਦ ਹੈ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹ ਲਵਾਂਗੇ, ਸਮਝ ਲਵਾਂਗੇ, ਫਿਰ ਜ਼ਿੰਦਗੀ 'ਚ ਲਾਗੂ ਕਰਾਂਗੇ ਤੇ ਫਿਰ ਆਪਾਂ ਦੂਜਿਆਂ ਨੂੰ ਵੀ ਇਸ ਪਾਸੇ ਤੁਰਨ ਦੀ ਪਿਆਰ ਭਰੀ ਪ੍ਰੇਰਨਾ ਕਰਦੇ ਰਹਾਂਗੇ ਤੇ ਇਸ ਤਰ੍ਹਾਂ ਸਮਾਜ ਦੇ ਵਿੱਚ ਸਾਡੀ ਲਗਾਤਾਰ ਗਿਣਤੀ ਵੱਧਦੀ ਜਾਵੇਗੀ। ਫਿਰ ਸਾਨੂੰ ਇਹ ਆਪਣੇ ਮੂੰਹੋਂ ਨਹੀਂ ਕਹਿਣਾ ਪਵੇਗਾ ਕਿ ਅਸੀਂ ਸਿੱਖ ਹੁੰਦੇ ਹਾਂ। ਸਾਡੇ ਕੰਮਾਂ ਨੂੰ ਵੇਖ ਕੇ ਲੋਕੀ ਕਹਿਣਗੇ ਕਿ ਭਾਈ ਇਹ ਤਾਂ ਮੈਨੂੰ ਸਿੱਖ ਲੱਗਦਾ ਜਿਹੜਾ ਇੰਨੇ ਵਧੀਆ ਕਾਰਜ ਕਰਦਾ। ਤੇ ਕੰਮਾਂ ਦੀ ਕਦਰ ਹੁੰਦੀ ਹੈ, ਨਾ ਕਿ ਕੇਵਲ ਪਹਿਰਾਵੇ ਦੀ। ਪਹਿਰਾਵਾ ਤਾਂ ਕੁਝ ਸਮੇਂ ਤੋਂ ਬਾਅਦ ਗਲਤ ਕੰਮ ਵੇਖ ਕੇ ਬਦਨਾਮ ਵੀ ਹੋ ਜਾਂਦਾ ਹੈ, ਪਰ ਜੇ ਗੁਣਵਾਨ ਇਨਸਾਨ ਹੈ ਤਾਂ ਉਹਦੀ ਸਦਾ ਕਦਰ ਹੁੰਦੀ ਹੈ। ਉਹਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਲੋਕੀ ਯਾਦ ਕਰਦੇ ਨੇ ਕਿ ਬਈ ਉਹ ਤਾਂ ਬੜੇ ਲਾਜਵਾਬ ਕੰਮ ਕਰ ਗਿਆ, ਫਲਾਣਾ ਭੈਣ, ਫਲਾਣਾ ਭਾਈ, ਉਹਨੇ ਤਾਂ ਸਮਾਜ ਦੀ ਬੜੀ ਸੇਵਾ ਕੀਤੀ, ਨਮਸਕਾਰ ਹੈ ਉਹਨੂੰ। ਤਾਂ ਇਸ ਤਰ੍ਹਾਂ ਗੁਰਸਿੱਖੀ ਨੇ ਜੀਵਨ ਹੈ ਜਿਹੜਾ ਉਹ ਸਾਨੂੰ ਨੇਕ ਇਨਸਾਨ, ਭਲੇ ਇਨਸਾਨ, ਸਮਝਦਾਰ ਇਨਸਾਨ, ਪਰਉਪਕਾਰੀ ਇਨਸਾਨ, ਸਮਾਜ ਦੇ ਵਿੱਚ ਚੰਗਾ ਮਾਹੌਲ ਸਿਰਜਣ ਵਾਲੇ ਇਨਸਾਨ, ਜਿਹਨੂੰ ਸਾਰੇ ਪਿਆਰ ਕਰਨ ਤੇ ਜਿਹੜਾ ਸਾਰਿਆਂ ਨੂੰ ਪਿਆਰ ਕਰੇ, ਇਹੋ ਜਿਹੇ ਇਨਸਾਨ ਜੇ ਬਣ ਜਾਈਏ ਤਾਂ ਸਮਝ ਲਈਏ ਕਿ ਸਾਡਾ ਗੁਰਸਿੱਖੀ ਵਾਲਾ ਜੀਵਨ ਫਿਰ ਚੱਲ ਪਿਆ ਤੇ ਅਸੀਂ ਗੁਰੂ ਦੇ ਲਾਡਲੇ ਸਿੱਖ ਬਣ ਗਏ ਹਾਂ। ਕੇਵਲ ਗੱਲਾਂ ਨਾਲ ਨਹੀਂ, ਕੋਈ ਕੰਮ ਕਰਕੇ ਚੰਗੇ ਇਨਸਾਨ ਬਣ ਕੇ, ਗੁਣ ਧਾਰਨ ਕਰਕੇ ਅਸੀਂ ਚੰਗੇ ਇਨਸਾਨ ਬਣ ਸਕਦੇ ਹਾਂ ਤੇ ਚੰਗੇ ਸਿੱਖ ਬਣ ਸਕਦੇ ਹਾਂ। ਅਗਲਾ ਵਿਸ਼ਾ ਹੈ ਧਰਮ ਦੀ ਖੋਜ ਕਦੋਂ ਹੋਈ ਤੇ ਕਿਉਂ ਹੋਈ। ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਥੋੜ੍ਹੀ ਬਹੁਤੀ ਅਕਲ, ਗਿਆਨ ਲੋਕਾਂ ਨੂੰ ਆਉਣਾ ਸ਼ੁਰੂ ਹੋਇਆ ਤੇ ਉਹਨਾਂ ਦੇ ਅੰਦਰ ਆਮ ਤੌਰ 'ਤੇ ਕੁਝ ਨਵਾਂ ਕਰਨ ਦੀ ਤੇ ਨਵਾਂ ਸਿੱਖਣ ਦੀ ਇੱਛਾ ਹੁੰਦੀ ਹੈ, ਪਰ ਹਰ ਕੋਈ ਦੂਜਿਆਂ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦਾ। ਉਹਦੇ ਕੋਲੇ ਇੰਨੇ ਸਾਧਨ, ਇੰਨਾ ਗਿਆਨ, ਇੰਨੀ ਮੈਨੇਜਮੈਂਟ ਉਹ ਕਰਨ ਦੇ ਸਮਰੱਥ ਨਹੀਂ ਹੁੰਦਾ। ਕੁਝ ਵਿਰਲੇ ਇਨਸਾਨ ਹੁੰਦੇ ਨੇ ਜਿਹੜੇ ਦੂਜਿਆਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਉਹਨਾਂ ਦਾ ਕਾਰਨ ਇਹ ਹੈ ਕਿ ਉਹ ਉਦਮੀ, ਹਿੰਮਤੀ ਤਾਂ ਹੈਗੇ ਹੀ ਹੈਗੇ, ਪਰ ਉਹਨਾਂ ਦਾ ਮਾਨਸਿਕ ਵਿਕਾਸ ਆਮ ਲੋਕਾਂ ਨਾਲੋਂ ਕੁਝ ਵੱਧ ਹੋਇਆ ਹੁੰਦਾ ਹੈ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਕੋਲੇ ਵਿਧੀ ਹੁੰਦੀ ਹੈ, ਤਰੀਕਾ ਹੁੰਦਾ ਹੈ। ਇਸ ਤਰ੍ਹਾਂ ਕਰਕੇ ਉਹ ਕੁਝ ਲੋਕਾਂ ਨੂੰ ਫਿਰ ਆਪਣੀਆਂ ਜਿਹੜੀਆਂ ਉਹ ਠੀਕ ਸਮਝਦਾ ਗੱਲਾਂ ਉਹ ਸਮਝਾਉਂਦੇ ਨੇ ਤੇ ਆਪਾਂ ਜੇ ਇਉਂ ਕਰੀਏ ਤਾਂ ਸਾਡਾ ਫਾਇਦਾ ਹੋ ਸਕਦਾ ਹੈ। ਤੋ ਇਸ ਤਰ੍ਹਾਂ ਹੀ ਸਾਰੀਆਂ ਹੌਲੀ ਹੌਲੀ ਲੋੜਾਂ ਵਾਲੀਆਂ ਕਾਢਾਂ ਵੀ ਕੁਝ ਇੱਕ ਸਿਆਣੇ ਬੰਦਿਆਂ ਨੇ ਕੱਢੀਆਂ ਨੇ ਤੇ ਇਹ ਜਿਹੜਾ ਧਰਮ ਹੈ, ਧਰਮ ਸ਼ਬਦ ਤਾਂ ਅੱਜ ਭਾਵੇਂ ਕਿ ਇੱਕ ਦਾਇਰੇ ਤੱਕ ਸੀਮਿਤ ਹੋ ਗਿਆ, ਜਿਹੜੇ ਕਿ ਧਰਮ ਸਥਾਨਾਂ ਦੇ ਨਾਲ ਸੰਬੰਧਿਤ ਮਸਲੇ ਨੇ ਤੇ ਉੱਥੋਂ ਦਾ ਜਿਹੜਾ ਪੁਜਾਰੀ ਲਾਣਾ ਹੈ ਉਹਨਾਂ ਤੱਕ ਇਹ ਧਰਮ ਸ਼ਬਦ ਸੀਮਿਤ ਹੋ ਗਿਆ। ਅਸਲ ਦੇ ਵਿੱਚ ਪੁਰਾਤਨ ਸਮਿਆਂ 'ਚ ਕੋਈ ਸਕੂਲ, ਕਾਲਜ ਆਦਿਕ ਵਿੱਦਿਆ ਹਾਸਲ ਕਰਨ ਵਾਸਤੇ ਨਹੀਂ ਹੁੰਦੇ ਸੀ, ਤਾਂ ਜਿਹੜਾ ਧਰਮ ਮੁਖੀ ਹੈ, ਭਾਵ ਕਿ ਸਮਾਜ ਦਾ ਜਿਹੜਾ ਭਲਾ ਕਰਨਾ ਚਾਹੁੰਦਾ ਸਿਆਣਾ ਇਨਸਾਨ ਹੈ ਤੇ ਉਹਨੇ ਲੋਕਾਂ ਨੂੰ ਇਕੱਠੇ ਕਰਕੇ, ਜਿਵੇਂ ਕਿ ਸੁਕਰਾਤ ਤੋਂ ਇਹ ਆਪਾਂ ਕਹਿ ਸਕਦੇ ਹਾਂ, ਭਾਵੇਂ ਸੁਕਰਾਤ ਜੀ ਨੇ ਕੋਈ ਧਰਮ ਤਾਂ ਨਹੀਂ ਚਲਾਇਆ, ਪਰ ਜਿਹੜੀ ਸ਼ੁਰੂਆਤ ਹੈ ਮਨੁੱਖਤਾ ਦੇ ਭਲੇ ਦੀ, ਇਹ ਸੁਕਰਾਤ ਤੋਂ ਸ਼ੁਰੂ ਹੋਈ ਹੈ। ਉਹ ਤਰਕ ਦੇ ਨਾਲ ਗੱਲ ਕਰਦੇ ਸੀ, ਸਾਰਿਆਂ ਨੂੰ ਇਹ ਕਹਿੰਦੇ ਸੀ ਮੈਂ ਕੋਈ ਲੈਕਚਰ ਦੇਣ ਨਹੀਂ ਆਇਆ, ਤੁਸੀਂ ਮੈਨੂੰ ਸਵਾਲ ਕਰੋ ਮੈਂ ਜਵਾਬ ਦਿਆਂਗਾ, ਨਹੀਂ ਤੇ ਮੈਂ ਸਵਾਲ ਕਰਾਂਗਾ, ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦਿਓ। ਇਸ ਤਰ੍ਹਾਂ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਇਕੱਠੇ ਕਰਕੇ ਉਹ ਸਵਾਲ ਜਵਾਬ ਦੇ ਰਾਹ ਪਾਉਂਦਾ ਸੀ ਤਾਂ ਕਿ ਤਰਕ ਨਾਲ, ਦਲੀਲ ਨਾਲ ਗੱਲ ਨੂੰ ਸਮਝਿਆ ਜਾ ਸਕੇ
ਤੇ ਐਵੇਂ ਅੰਨ੍ਹੇਵਾਹ ਕਿਸੇ ਦੇ ਅੱਗੇ ਸਿਰ ਨਾ ਝੁਕਾਇਆ ਜਾਵੇ ਕਿ ਹਾਂ ਜੋ ਤੁਸੀਂ ਕਹਿੰਦੇ ਹੋ ਇਹੋ ਹੀ ਠੀਕ ਹੈ। ਆਪਣਾ ਦਿਮਾਗ ਅਜਿਹੇ ਲੋਕਾਂ ਦਾ ਫਿਰ ਕੰਮ ਨਹੀਂ ਕਰਦਾ ਹੁੰਦਾ। ਹੌਲੀ ਹੌਲੀ ਕੁਝ ਕੁ ਮਹਾਂਪੁਰਖਾਂ ਨੇ, ਜਿਵੇਂ ਕਿ ਅਸੀਂ ਯਿਸੂ ਮਸੀਹ ਜਾਂ ਯਹੂਦੀ ਜਾਂ ਇਸਲਾਮ, ਇਹ ਪੁਰਾਣੇ ਧਰਮ ਨੇ, ਇਹਨਾਂ ਦੇ ਮੁਖੀਆਂ ਨੇ ਆਪਣੇ ਲੋਕਾਂ ਵਾਸਤੇ ਪੁਸਤਕਾਂ ਲਿਖੀਆਂ। ਭਾਵੇਂ ਕਿ ਬਾਈਬਲ ਬਾਅਦ ਦੇ ਵਿੱਚ ਲਿਖੀ ਗਈ ਹੈ ਪਰ ਨਾਮ ਯਿਸੂ ਮਸੀਹ ਦੇ ਉੱਤੇ ਚੱਲਦੀ ਹੈ। ਭਾਵੇਂ ਕੁਰਾਨ ਬਾਅਦ ਦੇ ਵਿੱਚ ਲਿਖੀ ਗਈ ਹੈ ਪਰ ਮੁਹੰਮਦ ਸਾਹਿਬ ਦੇ ਨਾਮ 'ਤੇ ਚੱਲਦੀ ਹੈ। ਇਸੇ ਤਰ੍ਹਾਂ ਯਹੂਦੀਆਂ ਦੀ ਜਿਹੜੀ ਧਰਮ ਪੁਸਤਕ ਹੈ ਉਹ ਵੀ ਭਾਵੇਂ ਬਾਅਦ 'ਚ ਲਿਖੀ ਗਈ ਹੈ ਅਤੇ ਵੇਦ ਵੀ ਬਾਅਦ ਦੇ ਵਿੱਚ ਲਿਖੇ ਗਏ ਨੇ, ਪਰ ਇਹਨਾਂ ਦਾ ਨਾਮ ਕਿਸੇ ਖਾਸ ਵਿਅਕਤੀਆਂ ਨਾਲ ਜੁੜ ਗਿਆ ਹੋਇਆ ਹੈ ਅਤੇ ਉਹਨਾਂ ਵਿਅਕਤੀਆਂ ਨੇ ਆਪੋ ਆਪਣੀ ਸਮਝ ਦੇ ਮੁਤਾਬਕ ਲੋਕਾਂ ਨੂੰ ਗਿਆਨ ਦੇਣਾ ਸ਼ੁਰੂ ਕੀਤਾ, ਅਕਲ ਦੇਣੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਉਹਨਾਂ ਨੂੰ ਸੰਗਠਿਤ ਕੀਤਾ, ਇਕੱਠੇ ਕੀਤਾ। ਟੋਲੀਆਂ ਦੇ ਵਿੱਚ ਉਹਨਾਂ ਨੂੰ ਕਬੀਲਿਆਂ ਦੇ ਵਿੱਚ ਰਹਿਣ ਦਾ ਸਲੀਕਾ ਸਿਖਾਇਆ ਅਤੇ ਉਹਨਾਂ ਦੀ ਪਛਾਣ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਅੱਗੇ ਬਹੁਤਾ ਜੰਗਲੀ ਜੀਵਨ ਸੀ। ਘਰ ਮਹਿਲ ਕੋਠੀਆਂ ਆਦਿਕ ਕੁਝ ਵੀ ਨਹੀਂ ਸੀ ਅਤੇ ਇੱਕ ਦੂਜੇ ਨਾਲ ਪਸ਼ੂਆਂ ਵਾਂਗ ਇਨਸਾਨ ਲੜਦੇ ਸੀ, ਮਰਦੇ ਸੀ ਅਤੇ ਮਾਰਦੇ ਸੀ। ਇਹ ਵਰਤਾਰਾ ਆਮ ਚੱਲਦਾ ਸੀ ਅਤੇ ਇਹਨਾਂ ਫਿਰ ਧਰਮੀ ਪੁਰਖਾਂ ਨੇ, ਜਿਹਨੂੰ ਆਪਾਂ ਮਹਾਂਪੁਰਖ ਕਹਿੰਦੇ ਹਾਂ, ਅਤੇ ਇਹਨਾਂ ਨੇ ਆਪਣੇ ਕਬੀਲਿਆਂ ਵਾਸਤੇ ਖਾਸ ਕਿਸਮ ਦੀ ਬੋਲੀ ਦੀ ਘਾਟ ਘੜੀ ਕਿ ਤੁਸੀਂ ਇਹਨਾਂ ਬੋਲੀ ਦੇ ਇਹਨਾਂ ਸ਼ਬਦਾਂ ਦੇ ਰਾਹੀਂ ਆਪਣੇ ਆਪ ਨੂੰ ਦੱਸਣਾ ਹੈ ਕਿ ਮੈਂ ਇਸ ਤਰ੍ਹਾਂ ਦੇ ਕਬੀਲੇ ਨਾਲ ਸੰਬੰਧਿਤ ਹਾਂ। ਜੇ ਬੋਲੀ ਸਮਝ ਨਾ ਆਵੇ ਤੇ ਤੁਹਾਡੇ ਸਰੀਰ ਦੇ ਨਾਲ ਸੰਬੰਧਿਤ ਕੁਝ ਕੱਪੜਾ ਲੀੜਾ ਜਾਂ ਕਿਸੇ ਪੰਛੀ ਦੇ ਖੰਭ ਜਾਂ ਕਿਸੇ ਰੁੱਖ ਦੇ ਪੱਤੇ ਤੇ ਜਾਂ ਫਿਰ ਸਰੀਰ ਦੇ ਉੱਤੇ ਗਰਮ ਕਰਕੇ ਦਿੱਤਾ ਹੋਇਆ ਲੋਹੇ ਨਾਲ ਸਰੀਏ ਨਾਲ ਦਾਗ ਵਗੈਰਾ ਦੇ ਕੇ ਇਹ ਤੁਹਾਡੀ ਪਛਾਣ ਬਣਾਈ ਹੈ। ਤੁਸੀਂ ਇਹ ਦੱਸਣਾ ਹੈ ਕਿ ਮੈਂ ਇਸ ਕਬੀਲੇ ਦੇ ਨਾਲ ਸੰਬੰਧਿਤ ਹਾਂ। ਇਹ ਸਾਰਾ ਕੁਝ ਉਹਨਾਂ ਦੀ ਪਛਾਣ ਵਾਸਤੇ ਬਣਾਇਆ ਗਿਆ ਸੀ ਅਤੇ ਧਰਮ ਦੀ ਖੋਜ ਵਾਲੀ ਕੋਈ ਗੱਲ ਨਹੀਂ ਹੈ। ਇਹ ਤਾਂ ਮਨੁੱਖਤਾ ਨੂੰ ਇੱਕ ਸੰਗਠਿਤ ਢਾਂਚੇ ਦੇ ਵਿੱਚ ਲਿਆਉਣ ਵਾਸਤੇ, ਤਾਂ ਕਿ ਦੂਜਿਆਂ ਤੋਂ ਬਚਿਆ ਜਾ ਸਕੇ ਜਾਂ ਫਿਰ ਦੂਜੀਆਂ ਧਿਰਾਂ 'ਤੇ ਹਾਵੀ ਹੋਇਆ ਜਾ ਸਕੇ, ਰਾਜ ਵੀ ਕੀਤਾ ਜਾ ਸਕੇ ਅਤੇ ਸਮਾਜ ਦੇ ਵਿੱਚ ਸਾਡੀ ਗਿਣਤੀ ਬਹੁਤੀ ਹੋਵੇ ਅਤੇ ਇਹਨਾਂ ਲੋਕਾਂ ਨੂੰ ਅਕਲ ਵੀ ਜ਼ਿਆਦਾ ਆਵੇ। ਅਕਲ ਤਾਂ ਓਨੀ ਕੁ ਆਉਣੀ ਹੈ ਭਾਵੇਂ ਜਿੰਨੀ ਕੁ ਉਹਨਾਂ ਦੇ ਮਹਾਂਪੁਰਖ ਕੋਲੇ ਆਪਣੇ ਕੋਲੇ ਸੀ। ਉਹਨੇ ਉਸ ਢੰਗ ਨਾਲ ਉਹਨਾਂ ਨੂੰ, ਆਪਣੇ ਪੈਰੋਕਾਰਾਂ ਨੂੰ ਅਕਲ ਦੇਣ ਦਾ ਯਤਨ ਕੀਤਾ। ਇਹ ਇਸ ਤਰ੍ਹਾਂ ਹੌਲੀ ਹੌਲੀ ਧਰਮ ਦੀ ਖੋਜ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਅਤੇ ਜਿਹੜੇ ਭਾਰਤ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਵੇਦ 5000 ਸਾਲ ਪੁਰਾਣੇ ਨੇ, ਪਰ ਉਦੋਂ ਤਾਂ ਕਾਗਜ਼ ਦੀ ਹਜੇ ਕਾਢ ਨਹੀਂ ਸੀ ਨਿਕਲੀ। ਇਹ ਲਿਖੇ ਬਾਅਦ 'ਚ ਗਏ ਨੇ। ਪਹਿਲਾਂ ਭਾਵੇਂ ਕੋਈ ਇਹਨਾਂ ਦਾ ਥੋੜ੍ਹਾ ਬਹੁਤਾ ਅੰਸ਼ ਮਾਤਰ ਹੋਣਾ, ਪਰ ਇਹਨਾਂ ਦੀ ਜਿਹੜੀ ਕਾਗਜ਼ ਦੀ ਕਾਢ ਕੱਢਣ ਤੋਂ ਬਾਅਦ ਉਦੋਂ ਲਿਖਤ ਦੇ ਵਿੱਚ ਆਏ ਨੇ, ਜਿਹੜਾ ਕਿ ਅੰਦਾਜ਼ਾ ਹੈ ਕਿ 2000 ਸਾਲ ਤੋਂ ਪੁਰਾਣੇ ਨਹੀਂ ਹੈਗੀ ਇਹਨਾਂ ਦੀ ਲਿਖਤ ਹੈ ਜਿਹੜੀ। ਇਸੇ ਤਰ੍ਹਾਂ ਬਾਈਬਲ ਜਾਂ ਫਿਰ ਕੁਰਾਨ ਆਦਿਕ ਵੀ, ਇਹ ਵੀ ਜਦੋਂ ਕਾਗਜ਼ ਦੀਆਂ ਪ੍ਰਾਪਤੀਆਂ ਹੋ ਗਈਆਂ ਅਤੇ ਉਦੋਂ ਇਹਨਾਂ ਦੀ ਪੁਸਤਕਾਂ ਦੀ ਸਾਡੇ ਸਾਹਮਣੇ ਹੋਂਦ ਕਾਇਮ ਹੋਈ। ਤੋ ਇਸ ਤਰ੍ਹਾਂ ਹੌਲੀ ਹੌਲੀ ਇਹਨਾਂ ਪੁਸਤਕਾਂ ਦੇ ਦੁਆਲੇ ਇਹਨਾਂ ਨੂੰ ਪੜ੍ਹਨ ਵਾਲਿਆਂ ਦਾ ਇੱਕ ਸਮਾਜਿਕ ਤਾਣਾ ਬਾਣਾ ਅਤੇ ਢਾਂਚਾ ਖੜਾ ਹੋਣਾ ਸ਼ੁਰੂ ਹੋ ਗਿਆ ਅਤੇ ਇਹਨਾਂ ਦੇ ਵਿੱਚੋਂ ਫਿਰ ਕੁਝ ਸਮਝਦਾਰ ਲੋਕਾਂ ਨੇ ਉਹਨਾਂ ਨੂੰ ਰਾਜਨੀਤਿਕ ਵਿਅਕਤੀ ਵੀ ਪੈਦਾ ਕਰ ਲਏ ਅਤੇ ਫੌਜ ਵੀ ਖੜੀ ਕਰ ਲਈ ਅਤੇ ਇਸ ਤਰ੍ਹਾਂ ਦੂਜਿਆਂ ਨੂੰ ਜਿੱਤਣਾ ਵੀ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਇਹ ਧਰਮ ਇੱਕ ਤਾਂ ਪ੍ਰਚਾਰ ਦੇ ਜ਼ੋਰ ਅਤੇ ਇੱਕ ਆਪਣੀ ਤਾਕਤ ਦੇ ਜ਼ੋਰ, ਇਹ ਫਿਰ ਅੱਗੇ ਵੱਧਦੇ ਗਏ, ਦੂਜਿਆਂ 'ਤੇ ਹਾਵੀ ਹੁੰਦੇ ਗਏ। ਦੂਜਿਆਂ ਨੂੰ ਜਿਹੜੇ ਕਿ ਕਮਜ਼ੋਰ ਸਨ ਉਹਨਾਂ ਨੂੰ ਬਹੁਤਾ ਪਤਾ ਹੀ ਨਹੀਂ ਸੀ ਹੁੰਦਾ ਧਰਮ ਕੀ ਹੁੰਦਾ, ਜੰਗ ਯੁੱਧ ਕਿਵੇਂ ਲੜਨੇ ਨੇ, ਤਾਕਤ ਵੀ ਕੋਈ ਨਹੀਂ ਅਤੇ ਸਮਝਦਾਰੀ ਵੀ ਕੋਈ ਨਹੀਂ, ਉਹਨਾਂ ਦਾ ਕਬੀਲਾ ਵੀ ਕੋਈ ਨਹੀਂ ਬਣਿਆ ਅਤੇ ਇਸ ਕਰਕੇ ਉਹ ਤਾਕਤਵਰ ਧਿਰਾਂ ਦੇ ਅੱਗੇ ਸਿਰ ਝੁਕਾ ਦਿੰਦੇ ਸਨ। ਚਾਹੇ ਉਹ ਕਤਲ ਕਰ ਦੇਵੇ, ਚਾਹੇ ਉਹਨਾਂ ਨੂੰ ਆਪਣੇ ਕਬੀਲੇ 'ਚ ਸ਼ਾਮਲ ਕਰ ਲਵੇ ਅਤੇ ਚਾਹੇ ਆਪਣਾ ਗੁਲਾਮ ਬਣਾ ਕੇ ਜ਼ਿੰਦਗੀ ਜਿਉਣ ਦਾ ਅਧਿਕਾਰ ਦੇ ਦੇਵੇ। ਇਹ ਬਹੁਤ ਕੁਝ ਵਾਪਰਦਾ ਰਿਹਾ ਅਤੇ ਕੁਝ ਇੱਕ ਦੱਖਣੀ ਕਬੀਲਿਆਂ ਦੇ ਵਿੱਚ, ਦੱਖਣੀ ਦੇਸ਼ਾਂ ਦੇ ਵਿੱਚ ਅੱਜ ਤੱਕ ਵੀ ਇਹ ਮੌਜੂਦ ਹੈ, ਚੱਲਦਾ ਆ ਰਿਹਾ ਹੈ। ਭਾਰਤ ਦੇ ਵਿੱਚ ਸ਼ੂਦਰਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਇੱਥੋਂ ਦੇ ਆਰੀਅਨ ਲੋਕਾਂ ਨੇ ਲੰਮੇ ਸਮੇਂ ਤੱਕ ਕੀਤਾ ਹੈ ਅਤੇ ਉਹਦੀ ਰਹਿੰਦ ਖੂੰਹਦ ਅਜੇ ਵੀ ਕਾਇਮ ਹੈ।
ਤੇ ਇਸ ਧਰਮ ਨੇ ਕੁਝ ਹੱਦ ਤੱਕ ਲੋਕਾਂ ਨੂੰ ਆਜ਼ਾਦੀ ਵੀ ਦਿੱਤੀ ਹੈ, ਪਰ ਧਰਮ ਦੇ ਰਾਹੀਂ ਸਮਾਂ ਪਾ ਕੇ ਗੁਲਾਮੀ ਵੀ ਬਹੁਤ ਦਿੱਤੀ ਗਈ ਹੈ। ਧਰਮ ਦੀ ਜਿੱਥੇ ਸਵਰਤੋਂ ਹੋਈ ਹੈ ਉੱਥੇ ਪੁਜਾਰੀ ਤਬਕੇ ਨੇ ਇਹਦੀ ਦੁਰਵਰਤੋਂ ਵੀ ਬਹੁਤ ਕੀਤੀ ਹੈ ਤੇ ਲੋਕਾਂ ਨੂੰ ਕੁਰਾਹੇ ਵੀ ਪਾਇਆ, ਲੁੱਟ ਕੇ ਵੀ ਖਾਧਾ। ਇਹ ਜਿਹੜਾ ਧਰਮ ਹੈ ਸ਼ੁਰੂ ਤਾਂ ਹੁੰਦਾ ਹੈ ਲੋਕਾਂ ਦੇ ਭਲੇ ਵਾਸਤੇ, ਪਰ ਜਦੋਂ ਪੁਜਾਰੀ ਤਬਕਾ ਇਹਦੇ 'ਤੇ ਹਾਵੀ ਹੋ ਜਾਂਦਾ ਹੈ ਉਹਦੀਆਂ ਨਿੱਜੀ ਗਰਜ਼ਾਂ ਦੇ ਕਾਰਨ ਉਹ ਫਿਰ ਲੋਕਾਂ ਨੂੰ ਆਪਣਾ ਗੁਲਾਮ ਵੀ ਬਣਾਉਂਦਾ ਹੈ, ਲੁੱਟ ਕੇ ਵੀ ਖਾਂਦਾ ਹੈ ਤੇ ਇਸ ਤਰ੍ਹਾਂ ਧਰਮ ਦੇ ਨਾਂ 'ਤੇ ਕੁਰਾਹੇ ਵੀ ਪਾਉਂਦਾ ਹੈ ਤੇ ਇਹਦੇ ਨਾਲ ਫਿਰ ਧਰਮ ਵੀ ਬਦਨਾਮ ਹੋ ਜਾਂਦਾ ਹੈ, ਮਹਾਂਪੁਰਖ ਵੀ ਬਦਨਾਮ ਹੋ ਜਾਂਦੇ ਨੇ। ਧਰਮ ਦਾ ਉਹ ਜਿਹੜਾ ਚਾਨਣ ਹੈ ਲੋਕਾਂ ਤੱਕ ਪਹੁੰਚਣਾ ਚਾਹੀਦਾ ਉਹ ਫਿਰ ਨਹੀਂ ਪਹੁੰਚਦਾ। ਹੁਣ ਆਪਾਂ ਨੂੰ ਆਪ ਪਰਖ ਕਰਨੀ ਬਣਦੀ ਹੈ ਕਿ ਸਾਨੂੰ ਸਾਡੇ ਧਰਮ ਸਥਾਨਾਂ 'ਚੋਂ ਸਹੀ ਅਗਵਾਈ ਮਿਲਦੀ ਹੈ ਕਿ ਨਹੀਂ ਮਿਲਦੀ। ਜੇ ਨਹੀਂ ਮਿਲਦੀ ਤਾਂ ਆਪ ਖੁਦ ਉਪਰਾਲਾ ਕਰਨ ਦਾ ਯਤਨ ਕਰਨਾ ਹੈ ਕਿ ਅਸੀਂ ਸਹੀ ਅਗਵਾਈ ਲੈ ਕੇ ਚੰਗੇ ਇਨਸਾਨ ਕਿਵੇਂ ਬਣਨਾ ਹੈ। ਇਹ ਜ਼ਰੂਰ ਧਿਆਨ 'ਚ ਰੱਖਣਾ ਹੈ। ਧਰਮ ਦੀ ਖੋਜ ਕਦੋਂ ਹੋਈ ਤੇ ਕਿਉਂ ਹੋਈ? ਇਹ ਮਨੁੱਖਤਾ ਦੇ ਭਲੇ ਵਾਸਤੇ ਖੋਜ ਹੋਈ ਹੈ ਤੇ ਇਨਸਾਨੀਅਤ ਦਾ ਭਲਾ ਜੇ ਪੁਜਾਰੀ ਦੇ ਕਾਰਨ ਅੱਜ ਨਹੀਂ ਹੋ ਰਿਹਾ ਤਾਂ ਸਾਨੂੰ ਕੋਈ ਬਦਲਵਾਂ ਰਾਹ ਲੱਭਣਾ ਪੈਣਾ ਹੈ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਅੱਗੇ ਵਧਣ ਵਾਸਤੇ ਰਾਹ ਲੱਭਣੇ ਨੇ। ਇਤਨੇ ਕੁ ਬਚਨ ਪ੍ਰਵਾਨ ਕਰਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕਿਹੋ ਜਿਹਾ ਹੋਵੇ? ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਵਿੱਦਿਆ ਦਾ, ਸਿੱਖਿਆ ਦਾ ਹੋਰ ਕੋਈ ਸਾਧਨ ਨਹੀਂ ਸੀ, ਨਾ ਸਕੂਲ, ਨਾ ਕਾਲਜ, ਨਾ ਯੂਨੀਵਰਸਿਟੀਆਂ, ਤੇ ਲੋਕ ਵੀ ਅਨਪੜ੍ਹ ਹੁੰਦੇ ਸੀ ਬਹੁਤੇ। ਕੋਈ ਵਿਰਲਾ ਆਪਣੀ ਉਦਮ ਮਿਹਨਤ ਸਦਕਾ ਆਪਣੀ ਅਕਲ ਦੀ ਵਰਤੋਂ ਕਰਕੇ ਪੜ੍ਹਾਈ ਲਿਖਾਈ ਕਰ ਲੈਂਦਾ ਸੀ ਜਾਂ ਆਮ ਲੋਕਾਂ ਨਾਲੋਂ ਸਮਝਦਾਰ ਬਣ ਜਾਂਦਾ ਸੀ ਤੇ ਉਹ ਫਿਰ ਅੰਦਰੋਂ ਆਪਣੇ ਜਜ਼ਬੇ ਦੇ ਰਾਹੀਂ ਲੋਕਾਂ ਨੂੰ ਸਿਆਣੇ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਉਂਦਾ ਸੀ। ਤੇ ਇਸੇ ਤਰ੍ਹਾਂ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਇਹ ਸਾਰਾ ਕਾਰਜ ਆਪਣੀ ਜ਼ਿੰਦਗੀ ਦੇ ਦੌਰਾਨ ਵੀ ਕੀਤਾ, ਪਰ ਸਭ ਤੋਂ ਵਡਮੁੱਲੀ ਦੇਣ ਉਹਨਾਂ ਦੀ ਇਹ ਸੀ ਕਿ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਤਰਤੀਬ ਦੇ ਕੇ, ਸੋਧ ਕੇ, ਸੰਵਾਰ ਕੇ, ਪੋਥੀ ਦਾ ਰੂਪ ਬਣਾ ਕੇ ਉਹਨੂੰ ਆਮ ਸਮਾਜ ਦੇ ਹਵਾਲੇ ਕਰ ਦਿੱਤਾ ਕਿ ਤੁਹਾਨੂੰ ਜੇ ਹੋਰ ਕਿਤੋਂ ਪੜ੍ਹਨ ਲਿਖਣ ਦਾ ਮੌਕਾ ਨਾ ਵੀ ਮਿਲੇ ਤਾਂ ਅਸੀਂ ਤੁਹਾਨੂੰ ਇਸ ਪੋਥੀ ਦਾ ਆਪਣਤ ਦਾ ਨਾਲ, ਪਿਆਰ ਭਰੇ ਢੰਗ ਦੇ ਨਾਲ ਤੁਹਾਨੂੰ ਅਧਿਕਾਰ ਦਿੰਦੇ ਹਾਂ ਕਿ ਤੁਸੀਂ ਇਹਦੇ 'ਚੋਂ ਆਪਣੀ ਜ਼ਿੰਦਗੀ ਵਾਸਤੇ ਸਿੱਖਿਆ ਲੈ ਸਕਦੇ ਹੋ। ਹੁਣ ਦੇਖਣਾ ਇਹ ਹੈ ਕਿ ਗੁਰਬਾਣੀ ਦੇ ਵਿੱਚ ਵਹਿਮਾਂ ਨੂੰ, ਭਰਮਾਂ ਨੂੰ, ਜਾਦੂਆਂ ਨੂੰ, ਮੰਤਰਾਂ ਨੂੰ, ਮੂਰਤੀਆਂ ਨੂੰ, ਵਿਅਕਤੀਆਂ ਨੂੰ ਪੂਜਣ ਤੋਂ ਮਨ੍ਹਾ ਕੀਤਾ ਗਿਆ ਹੈ, ਪਰ ਕੀ ਅਸੀਂ ਇਹਨਾਂ ਤੋਂ ਮੁਕਤ ਹੋ ਗਏ ਹਾਂ? ਤੇ ਜਾਤ ਪਾਤ ਨੂੰ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਨਕਾਰਿਆ, ਰੱਦ ਕੀਤਾ, ਪਰ ਕੀ ਆਪਾਂ ਜਾਤ ਪਾਤ ਨੂੰ ਅੱਜ ਤੱਕ ਮੰਨੀ ਨਹੀਂ ਜਾ ਰਹੇ? ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣ ਦਾ ਹੁਕਮ ਗੁਰਬਾਣੀ 'ਚ ਬਾਰ-ਬਾਰ ਕੀਤਾ ਗਿਆ, ਪਰ ਕੀ ਅਸੀਂ ਅੱਜ ਤੱਕ ਆਪਣੇ ਘਰਾਂ 'ਚ, ਆਪਣੇ ਸਮਾਜ 'ਚ, ਆਲੇ ਦੁਆਲੇ 'ਚ ਬੀਬੀਆਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਹਿੰਮਤ, ਹੌਸਲਾ ਤੇ ਸਿਆਣਪ ਕੀਤੀ ਹੈ? ਇਹ ਸਾਰਾ ਕੁਝ ਆਪਾਂ ਨਹੀਂ ਕਰ ਸਕੇ। ਇਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਆਪਾਂ ਬਹੁਤ ਪਛੜ ਗਏ ਹਾਂ, ਵਿੱਦਿਆ ਗਿਆਨ ਦੇ ਵਿੱਚ ਅੱਜ ਆਪਾਂ ਬਹੁਤ ਪਛੜ ਗਏ ਹਾਂ। ਗੁਰੂ ਜੀ ਦਾ ਸਿੱਖ ਤਾਂ ਇੱਕ ਨਮੂਨੇ ਦਾ ਇਨਸਾਨ ਬਣ ਕੇ ਸਾਰਿਆਂ ਦੇ ਸਾਹਮਣੇ ਪੇਸ਼ ਹੋਵੇ, ਉਹ ਕਿਸੇ ਵੀ ਖੇਤਰ 'ਚ ਜਾਵੇ ਲੋਕੀ ਹੈਰਾਨ ਹੋਣ ਕਿ ਵਾਹ, ਇਹੋ ਜਿਹੇ ਚਾਹੀਦੇ ਨੇ ਸਿੱਖ। ਜਦੋਂ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਇਹ ਕੰਮ, ਉਦੋਂ ਗਿਣਤੀ ਤਾਂ ਬਹੁਤੀ ਨਹੀਂ ਸੀ, ਪਰ ਗੁਰੂ ਸਾਹਿਬ ਨੇ ਗੁਣਵਾਨ ਵਿਅਕਤੀਆਂ ਨੂੰ ਅੱਗੇ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਆਪ ਹੀ ਖੁਦ ਉਹਨਾਂ ਨੇ ਆਪਣੇ ਸਾਰੇ ਰੁਝੇਵੇਂ ਪਾਸੇ ਰੱਖ ਕੇ ਆਮ ਲੋਕਾਂ ਨੂੰ ਵਿੱਦਿਆ ਦੇਣ ਦਾ ਵੱਧ ਤੋਂ ਵੱਧ ਉਪਰਾਲਾ ਕੀਤਾ। ਨਿੱਜੀ ਤੌਰ 'ਤੇ ਆਪਣੇ ਕੋਲੋਂ ਸਮਾਂ ਅਤੇ ਪੈਸਾ ਖਰਚ ਕੇ ਵੀ, ਆਪਣੀ ਜਾਨ ਜੋਖਮ 'ਚ ਪਾ ਕੇ ਵੀ, ਤੇ ਕਈ ਵਾਰੀ ਤਾਂ ਆਪ ਜਾਨਾਂ ਵਾਰ ਕੇ ਵੀ, ਆਪਣੇ ਪਰਿਵਾਰਾਂ ਨੂੰ ਲੇਖੇ ਲਾ ਕੇ ਵੀ ਲੋਕਾਂ ਨੂੰ ਸਹੀ ਰਾਹ 'ਤੇ ਲਿਆਉਣ ਵਾਸਤੇ, ਚੰਗੀ ਮੱਤ ਦੇਣ ਵਾਸਤੇ, ਗਿਆਨ ਦੇਣ ਵਾਸਤੇ ਗੁਰੂ ਸਾਹਿਬਾਨ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਸੀ। ਭਗਤ ਸਾਹਿਬਾਨ ਨੂੰ ਗੁਰੂ ਸਾਹਿਬ ਨੇ ਨਾਲ ਸ਼ਾਮਲ ਕਰ ਲਿਆ ਤਾਂ ਕਿ ਪੂਰੇ ਭਾਰਤ ਵਰਸ਼ ਦੀ ਆਵਾਜ਼ ਇੱਕ ਥਾਂ ਤੋਂ ਉੱਚੀ ਉੱਠੇ ਤੇ ਦੁਨੀਆ ਇਹ ਆਖੇ ਕਿ ਇਹ ਗੁਰੂ ਗ੍ਰੰਥ ਸਾਹਿਬ ਤਾਂ ਸਾਡਾ ਹੈ, ਇਹ ਤਾਂ ਸਾਨੂੰ ਚੰਗੀ ਸੇਧ ਦਿੰਦਾ ਹੈ,
ਇਹਦੇ ਵਿੱਚ ਤਾਂ ਸਾਡੇ ਇਲਾਕੇ ਦੇ ਮਹਾਂਪੁਰਖ ਦੀ ਬਾਣੀ ਵੀ ਮੌਜੂਦ ਹੈ। ਇਸ ਕਰਕੇ ਇਹ ਸਾਰੇ ਭਾਰਤ ਵਰਸ ਦੇ ਜਿਹੜੇ ਉਹਨਾਂ ਸਮਿਆਂ ਦੇ ਮਹਾਨ ਰਹਿਬਰ ਸੀ, ਬੇਅੰਤ ਉੱਚੇ ਵਿਦਵਾਨ ਸੀ, ਚੰਗੇ ਜੀਵਨ ਵਾਲੇ ਸੀ, ਜਿਨ੍ਹਾਂ ਦੀਆਂ ਲਿਖਤਾਂ ਗੁਰੂ ਨਾਨਕ ਸਾਹਿਬ ਨੂੰ ਉਦੋਂ ਮਿਲ ਸਕੀਆਂ, ਉਹਨਾਂ ਦੇ ਉਤਾਰੇ ਕਰਕੇ ਉਹਨਾਂ ਨੇ ਸਾਡੇ ਹਵਾਲੇ ਕਰ ਦਿੱਤੀਆਂ, ਜਿਹੜੀਆਂ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ। ਅਤੇ ਇਹਨਾਂ ਪਾਵਨ ਲਿਖਤਾਂ ਨੂੰ ਪੜ੍ਹ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਦੇ ਅਧਿਕਾਰੀ ਹੋ ਸਕਦੇ ਹਾਂ, ਪਰ ਜੇ ਇਹਨਾਂ ਦੀਆਂ ਲਿਖੀਆਂ ਨੂੰ ਆਪਾਂ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਤਾਂ। ਪਰ ਅੱਜ ਤਾਂ ਬਹੁ ਗਿਣਤੀ ਸਿੱਖ ਆਪ ਬਾਣੀ ਪੜ੍ਹਨ ਵੀ ਨਹੀਂ ਜਾਣਦਾ, ਜਾਂ ਉਹਨੂੰ ਪੁਜਾਰੀ ਤਬਕੇ ਨੇ ਡਰਾ ਦਿੱਤਾ ਗਿਆ ਕਿ ਜੇ ਤੂੰ ਗਲਤ ਬਾਣੀ ਪੜ੍ਹ ਲਈ ਤੈਨੂੰ ਪਾਪ ਲੱਗ ਜਾਣਾ। ਅਤੇ ਇਸ ਕਰਕੇ ਉਹ ਪੈਸੇ ਦੇ ਕੇ ਕਿਰਾਏ 'ਤੇ ਕਿਸੇ ਹੋਰ ਕੋਲੋਂ ਆਮ ਇਨਸਾਨ ਪਾਠ ਕਰਵਾ ਲੈਂਦਾ, ਅਤੇ ਸੁਣਨ ਦਾ ਵੀ ਫਿਰ ਕੀ ਲੋੜ ਹੈ। ਅਤੇ ਉਹ ਆਪ ਆਪਣੇ ਰੁਝੇਵਿਆਂ 'ਚ ਹੁੰਦਾ ਅਤੇ ਘਰੇ ਪਾਠ ਹੋ ਰਿਹਾ ਜਾਂ ਗੁਰਦੁਆਰੇ 'ਚ ਪਾਠ ਹੋ ਰਿਹਾ, ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ। ਇਹ ਪੁਜਾਰੀ ਤਬਕੇ ਨੇ ਹੌਲੀ ਹੌਲੀ ਸਾਡੀ ਸੋਚ ਸਮਝ ਇਸ ਤਰ੍ਹਾਂ ਦੀ ਬਣਾ ਦਿੱਤੀ ਹੈ। ਪਾਠ ਵੀ ਕਿਰਾਏ ਦਾ, ਅਤੇ ਪੈਸੇ ਲੈ ਕੇ ਅਰਦਾਸ ਤੁਹਾਡੇ ਨਾਂ ਦੀ ਕਰ ਦਿੱਤੀ ਜਾਵੇਗੀ। ਫਿਰ ਮਰਗਤ 'ਤੇ ਵੀ ਪੈਸੇ ਲੈ ਲੈਣੇ ਨੇ ਪੁਜਾਰੀ ਤਬਕੇ ਨੇ, ਅਤੇ ਜਨਮ 'ਤੇ ਵੀ ਜੇ ਮਨਾਉਣਾ ਹੈ ਜਨਮ ਦਿਨ ਤਾਂ ਉਦੋਂ ਵੀ ਪੈਸੇ ਲੈ ਲੈਣੇ ਨੇ, ਪਾਠ ਕਰ ਦੇਣਾ। ਤਾਂ ਵਿਆਹ ਸ਼ਾਦੀਆਂ 'ਤੇ ਵੀ ਪਾਠ ਕਰਨਾ ਅਤੇ ਆਨੰਦ ਕਾਰਜ ਕਰਵਾਉਣੇ ਨੇ, ਪੈਸੇ ਲੈ ਲੈਣੇ ਨੇ। ਇਸ ਤਰ੍ਹਾਂ ਅੱਜ ਅਸੀਂ ਪੁਜਾਰੀ ਦੇ ਅਧੀਨ ਗੁਲਾਮ ਹੋ ਗਏ ਹਾਂ। ਗੁਰਬਾਣੀ ਨੇ ਤਾਂ ਸਾਨੂੰ ਸਵੈਮਾਨ ਦੇ ਨਾਲ ਆਪ ਜਿਉਣ ਦਾ ਅਧਿਕਾਰ ਦਿੱਤਾ ਹੈ, ਅਤੇ ਸਾਨੂੰ ਸਿਆਣੇ ਇਨਸਾਨ ਬਣਨ ਵਾਸਤੇ ਬਾਣੀ ਦਾ ਖਜ਼ਾਨਾ ਸਾਡੇ ਕੋਲੇ ਰੱਖ ਦਿੱਤਾ ਹੈ, ਅਤੇ ਇਹ ਸਾਨੂੰ ਪੜ੍ਹਨ ਵਾਸਤੇ ਦਿੱਤਾ ਹੈ, ਨਾ ਕਿ ਇਹਦੀ ਪੂਜਾ ਕਰਨ ਵਾਸਤੇ। ਇਹਦੇ ਅੱਗੇ ਪੈਸੇ ਰੱਖਣੇ ਜਾਂ ਇਹਦੇ ਆਲੇ ਦੁਆਲੇ ਪ੍ਰਕਰਮਾਂ ਕਰਨੀਆਂ ਜਾਂ ਇਹਨੂੰ ਰੁਮਾਲੇ ਚੜ੍ਹਾਈ ਜਾਣੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਰੱਖ ਦੇਣੀਆਂ, ਪਰ ਇਹਦਾ ਕਹਿਣਾ ਨਾ ਮੰਨਣਾ, ਫਿਰ ਇੱਥੇ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ ਹੈ। ਆਪਾਂ ਚੰਗੇ ਇਨਸਾਨ ਬਣਨਾ ਸੀ। ਗੁਰੂ ਦੇ ਸਿੱਖ ਤਾਂ ਵਿਦਵਾਨ ਹੋਣ, ਬਹਾਦਰ ਹੋਣ, ਪਰਉਪਕਾਰੀ ਹੋਣ, ਨੇਕ ਹੋਣ, ਅਤੇ ਜਿਹੜੇ ਕਿ ਬੁਰਾਈਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨੇ, ਗੁਰਬਾਣੀ ਤਾਂ ਉਹਨਾਂ ਸਾਰੀਆਂ ਬੁਰਾਈਆਂ ਤੋਂ ਸਾਨੂੰ ਰੋਕਦੀ ਹੈ, ਮਨ੍ਹਾ ਕਰਦੀ ਹੈ। ਪਰ ਸਿੱਖ ਵੀ ਉਸੇ ਬਹਿਣ ਦੇ ਵਿੱਚ ਬਹਿ ਗਏ ਨੇ। ਪਿਛਲੇ ਸਮੇਂ ਤੋਂ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖ ਹੋਰ ਨੀਵੇਂ ਪਾਸੇ ਨੂੰ ਲੁੜਕਦੇ ਚਲੇ ਗਏ ਨੇ, ਅਤੇ ਅੱਜ ਜਿਹੜੀ ਸਿੱਖਾਂ ਦੀਆਂ ਵੱਡੀਆਂ ਜਥੇਬੰਦੀਆਂ ਨੇ ਉਹ ਵੀ ਤਕਰੀਬਨ ਫੇਲ ਹੋ ਗਈਆਂ ਨੇ, ਅਤੇ ਜਿਹੜੇ ਵੱਡੇ ਸੰਤ ਮਹੰਤ ਅਖਵਾਉਂਦੇ ਸੀ ਆਪਣੇ ਆਪ ਨੂੰ, ਉਹ ਵੀ ਕੱਖੋਂ ਹੌਲੇ ਹੋ ਗਏ ਨੇ। ਅਤੇ ਅੱਜ ਸਿੱਖ ਦੂਜੇ ਦੇ ਮੂੰਹ ਵੱਲ ਵੇਖਦਾ ਕਿ ਸਾਨੂੰ ਕੋਈ ਸਾਂਭਣ ਵਾਲਾ, ਕੋਈ ਅਗਵਾਈ ਵਾਲਾ ਕੋਈ ਮਿਲੇਗਾ। ਪਰ ਗੁਰੂ ਪਿਆਰ ਵਾਲਿਓ, ਸਾਡੇ ਕੋਲੇ ਸਾਨੂੰ ਸਾਂਭਣ ਵਾਲਾ, ਅਗਵਾਈ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਇਹਨੂੰ ਪੜ੍ਹੀਏ, ਇਹਨੂੰ ਸਮਝੀਏ, ਇਹਨੂੰ ਵਿਚਾਰੀਏ, ਆਪਣੀ ਜ਼ਿੰਦਗੀ 'ਚ ਇਹਨੂੰ ਲਾਗੂ ਕਰੀਏ, ਆਲੇ ਦੁਆਲੇ ਸਮਾਜ ਦੇ ਵਿੱਚ ਇਹਦਾ ਹੋਕਾ ਦਈਏ, ਆਪਣੇ ਪਰਿਵਾਰ ਨੂੰ ਸੋਹਣੇ ਬਣਾਉਣ ਦੇ ਵਿੱਚ ਉਪਰਾਲਾ ਕਰੀਏ, ਅਤੇ ਚੰਗੇ ਵਿਦਵਾਨ, ਗਿਆਨਵਾਨ ਸਾਡੇ ਘਰ ਪੈਦਾ ਹੋਣ। ਅਸੀਂ ਘਰਾਂ 'ਚ ਆਪਣੇ ਲਾਇਬ੍ਰੇਰੀਆਂ ਬਣਾਈਏ, ਘਰਾਂ 'ਚ ਪੁਸਤਕਾਂ ਦੀਆਂ ਅਲਮਾਰੀਆਂ ਰੱਖੀਏ, ਵਿਚਾਰ ਚਰਚਾਵਾਂ ਕਰੀਏ, ਅਤੇ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦੇ ਭਾਈਵਾਲ ਬਣੀਏ, ਅਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਕਿਉਂਕਿ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਚਾਨਣ ਸਾਡੇ ਅੰਦਰ ਪ੍ਰਗਟ ਹੋ ਰਿਹਾ ਹੈ। ਸਾਡੇ ਕੰਮਾਂ ਦੇ ਰਾਹੀਂ ਉਹ ਚਾਨਣ ਸਮਾਜ ਤੱਕ ਪਹੁੰਚ ਰਿਹਾ ਹੈ। ਇਹਨਾਂ ਪੱਖਾਂ 'ਤੇ ਜ਼ਰੂਰ ਧਿਆਨ ਦੇਣ ਦਾ ਉਪਰਾਲਾ ਕਰਨਾ ਜੀ। ਅਗਲਾ ਵਿਸ਼ਾ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅੱਗੇ ਲਿਜਾ ਰਹੇ ਹਨ ਜਾਂ ਪਿੱਛੇ ਲਿਜਾ ਰਹੇ ਹਨ। ਇੱਥੇ ਇਹ ਬਹੁਤ ਮਹੱਤਵਪੂਰਨ ਸਵਾਲ ਹੈ, ਜਿਹਦਾ ਕਿ ਜਵਾਬ ਦੇਣਾ ਜ਼ਰੂਰੀ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਅਸੀਂ ਇੱਥੇ ਅਟਕ ਨਹੀਂ ਜਾਣਾ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਅੱਗੇ ਵੱਧਦਾ ਵੇਖ ਕੇ ਖੁਸ਼ ਹੁੰਦੇ ਨੇ, ਅਸੀਂ ਰੋਜ਼ਾਨਾ ਸਟੇਜਾਂ 'ਤੇ ਕਹਿੰਦੇ ਹਾਂ, ਪ੍ਰਚਾਰਕਾਂ ਤੋਂ ਸੁਣਦੇ ਹਾਂ, ਹਰ ਥਾਂ 'ਤੇ ਲਿਖਿਆ ਵੀ ਇਹ ਮਿਲ ਜਾਂਦਾ ਹੈ। ਗੁਰਬਾਣੀ 'ਚੋਂ ਵੀ ਸਾਨੂੰ ਇਹ ਹਵਾਲੇ ਮਿਲਦੇ ਨੇ ਕਿ ਤੁਸੀਂ ਮੇਰੇ ਧੀਆਂ ਪੁੱਤਰ ਹੋ, ਗੁਰੂ ਤੁਹਾਡਾ ਪਿਤਾ ਹੈ। ਅਤੇ ਰੱਬ ਨੂੰ ਵੀ ਬਹੁਤ ਥਾਵਾਂ 'ਤੇ ਮਾਤਾ ਪਿਤਾ ਆਖਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਬੜੇ ਸ਼ਬਦ
ਧੀਆਂ ਪੁੱਤਰਾਂ ਵਾਲੇ ਰਿਸ਼ਤੇਦਾਰੀਆਂ ਵਾਲੇ ਗੁਰਬਾਣੀ 'ਚੋਂ ਮਿਲ ਜਾਂਦੇ ਨੇ। ਹੁਣ ਜੇ ਇੰਨਾ ਨੇੜੇ ਦਾ ਰਿਸ਼ਤਾ ਸਾਡਾ ਗੁਰੂ ਸਾਹਿਬ ਦੇ ਨਾਲ ਬਣਿਆ ਹੋਇਆ ਹੈ ਤਾਂ ਫਿਰ ਇਹ ਸੋਚਣਾ ਹੈ ਕਿ ਜੇ ਅਸੀਂ ਅੱਜ ਕੋਈ ਵੱਡਾ ਕਾਰਜ ਕਰਦੇ ਹਾਂ ਜਿਹੜਾ ਕਿ ਗੁਰੂ ਸਾਹਿਬ ਵੀ ਉਹਨਾਂ ਜ਼ਮਾਨਿਆਂ 'ਚ ਨਹੀਂ ਕਰ ਸਕੇ, ਕਿਉਂਕਿ ਉਦੋਂ ਸਾਧਨ ਹੈ ਨਹੀਂ ਸੀ, ਉਦੋਂ ਨਵੀਆਂ ਕਾਢਾਂ ਅਜੇ ਨਿਕਲੀਆਂ ਨਹੀਂ ਸੀ ਅਤੇ ਹਾਲਾਤ ਸਾਜ਼ਗਾਰ ਨਹੀਂ ਸਨ ਅਤੇ ਸਾਇੰਸ ਦਾ ਤਾਂ ਨਾਮੋ ਨਿਸ਼ਾਨ ਨਹੀਂ ਸੀ। ਅਤੇ ਉਹਨਾਂ ਜ਼ਮਾਨਿਆਂ 'ਚ ਗੁਰੂ ਸਾਹਿਬ ਨੇ ਜਿਹੜੇ ਕੰਮ ਕਰ ਦਿੱਤੇ ਉਹ ਮਹਾਨ ਸਨ ਅਤੇ ਉਹਨਾਂ ਨੇ ਸਾਨੂੰ ਉਂਗਲ ਪਕੜ ਕੇ ਇੱਕ ਰਾਹ ਪਾ ਦਿੱਤਾ, ਇੱਕ ਡੰਡੀ ਪਾ ਦਿੱਤਾ ਅਤੇ ਉਸ ਡੰਡੀ ਤੋਂ ਵੱਡਾ ਰਾਹ ਬਣਾਉਣਾ, ਸੜਕ ਬਣਾਉਣੀ, ਜਰਨੈਲੀ ਸੜਕ 'ਤੇ ਚੱਲ ਪੈਣਾ, ਗੱਡੀਆਂ ਮੋਟਰਾਂ ਬਣਾਉਣੀਆਂ, ਇਹ ਕੋਈ ਬੁਰਾਈ ਨਹੀਂ ਹੈਗੀ। ਅਸੀਂ ਹੋਰ ਰਾਹ ਨੂੰ ਸੌਖਾ ਅਤੇ ਖੁੱਲ੍ਹਾ ਬਣਾਉਣਾ ਹੈ ਜ਼ਿੰਦਗੀ ਦੇ ਰਾਹ ਨੂੰ। ਅਤੇ ਗੁਰੂ ਸਾਹਿਬ ਨੇ ਸਾਨੂੰ ਆਪਣੇ ਬੱਚੇ ਬਣਾਇਆ, ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਕਦੀ ਇਹ ਨਫ਼ਰਤ ਨਹੀਂ ਕਰਦੇ ਕਿ ਇਹ ਮੇਰੇ ਨਾਲੋਂ ਅੱਗੇ ਲੰਘ ਗਿਆ, ਇਹਨੇ ਤਾਂ ਮੇਰਾ ਵੀ ਨੰਬਰ ਕੱਟ ਦਿੱਤਾ। ਬੱਚੇ ਨੂੰ ਅੱਗੇ ਲੰਘਦਾ ਵੇਖ ਕੇ ਸਗੋਂ ਮਾਤਾ ਪਿਤਾ ਲੋਕਾਂ ਨੂੰ ਦੱਸਦੇ ਨੇ ਜਾ ਕੇ ਕਿ ਸਾਡੇ ਬੱਚੇ ਨੇ ਤਾਂ ਹੱਦਾਂ ਤੋੜ ਦਿੱਤੀਆਂ, ਸਾਡੇ ਵੀ ਨੰਬਰ ਕੱਟ ਦਿੱਤੇ, ਜਿੰਨੀ ਅਸੀਂ ਤਰੱਕੀ ਕੀਤੀ ਸੀ ਉਹਦੇ ਨਾਲੋਂ ਕਿਤੇ ਅੱਗੇ ਵੱਧ ਤਰੱਕੀ ਕਰ ਗਏ ਨੇ ਸਾਡੇ ਬੱਚੇ, ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਤਾਂ ਇਸੇ ਤਰ੍ਹਾਂ ਜੇ ਅਸੀਂ ਅੱਜ ਕੋਈ ਤਰੱਕੀ ਕਰ ਰਹੇ ਹਾਂ, ਅੱਗੇ ਵੱਧ ਰਹੇ ਹਾਂ, ਜਿਹੜਾ ਕੰਮ ਗੁਰੂ ਸਾਹਿਬ ਨੇ ਵੀ ਫਰਜ਼ ਕਰੋ ਨਹੀਂ ਕੀਤਾ, ਉਹਨਾਂ ਜ਼ਮਾਨਿਆਂ 'ਚ ਹਾਲਾਤ ਚੰਗੇ ਨਹੀਂ ਸਨ ਅਤੇ ਸਾਨੂੰ ਕਰਨ ਦਾ ਅੱਜ ਮੌਕਾ ਮਿਲ ਗਿਆ, ਤਾਂ ਇਹ ਕੋਈ ਗੁਰੂ ਦਾ ਅਪਮਾਨ ਨਹੀਂ ਹੁੰਦਾ, ਸਗੋਂ ਗੁਰੂ ਸਾਹਿਬ ਦਾ ਸਨਮਾਨ ਹੁੰਦਾ ਕਿ ਉਹਨਾਂ ਦੇ ਉਸ ਲਾਏ ਹੋਏ ਬੂਟੇ ਨੂੰ, ਬੀਜ ਨੂੰ ਅੱਜ ਫਲ ਪੈਣਾ ਸ਼ੁਰੂ ਹੋ ਗਿਆ, ਉਹ ਵੱਡਾ ਰੁੱਖ ਬਣ ਗਿਆ, ਉਹ ਛੋਟੀ ਇਮਾਰਤ ਤੋਂ ਵੱਡੀ ਇਮਾਰਤ ਬਣ ਗਈ ਹੈ, ਉਹ ਬਹੁਤ ਕੁਝ ਨਵਾਂ ਸਿੱਖ ਗਏ ਨੇ। ਇਹ ਗੁਰੂ ਦੇ ਧੀਆਂ ਪੁੱਤਰ ਇਸ ਤਰ੍ਹਾਂ ਦੇ ਲਾਇਕ ਇਨਸਾਨ ਬਣ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਸਾਨੂੰ ਬਾਰ-ਬਾਰ ਕਹਿੰਦੇ ਨੇ, ਗੁਰਬਾਣੀ 'ਚ ਅਜਿਹੀਆਂ ਬੇਅੰਤ ਪੰਕਤੀਆਂ ਨੇ, ਅਗਾਹਾਂ ਕੂ ਤਰਾਂਗ ਪਿੱਛਾਂ ਫੇਰ ਨਾ ਮੁੱਢੜਾ, ਨਾਨਕ ਸਿੱਝ ਅਵੇਹਾ ਵਾਰ ਬੌੜ ਨਾ ਹੋਵੀ ਜਨਬੜਾ। ਹੇ ਭਾਈ ਤੂੰ ਅੱਗੇ ਨੂੰ ਲਗਾਤਾਰ ਵੱਧਦਾ ਜਾ ਅਤੇ ਇਹ ਸਮਝ ਲਈ ਕਿ ਤੈਨੂੰ ਇਹ ਮੌਕਾ ਹੁਣ ਮਿਲਿਆ ਅਤੇ ਪਤਾ ਨਹੀਂ ਦੁਬਾਰਾ ਮੌਕਾ ਮਿਲੇ ਕਿ ਨਾ ਮਿਲੇ, ਤੂੰ ਦੇਖੀ ਕਿਤੇ ਰੁਕ ਨਾ ਜਾਈਂ। ਰੁਕ ਕੇ ਤਾਂ ਜਿਵੇਂ ਪਾਣੀ ਦੇ ਵਿੱਚੋਂ ਵੀ ਬਦਬੂ ਮਾਰਨ ਲੱਗ ਪੈਂਦੀ ਹੈ, ਕੀੜੇ ਅਤੇ ਜਾਲਾ ਪੈਦਾ ਹੋ ਜਾਂਦਾ ਖੜੇ ਪਾਣੀਆਂ 'ਚ, ਇਸੇ ਤਰ੍ਹਾਂ ਰੁਕਿਆ ਹੋਇਆ ਦਿਮਾਗ ਵਾਲਾ ਇਨਸਾਨ ਤਰੱਕੀ ਤੋਂ ਸਖਣਾ ਹੋ ਜਾਂਦਾ ਹੈ, ਉਹ ਸਮਾਜ 'ਤੇ ਭਾਰ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਲਗਾਤਾਰ ਅੱਗੇ ਵਧਣ ਵਾਸਤੇ ਪ੍ਰੇਰਨਾ ਕਰ ਰਹੇ ਨੇ। ਇਹ ਜਿਹੜੀ ਗੁਰਬਾਣੀ ਹੈ ਅੱਜ ਇਹਦੀ ਭਾਵੇਂ ਅਣਜਾਣਪੁਣੇ ਦੇ ਵਿੱਚ ਸਿੱਖ ਪੂਜਾ ਕਰਨ ਲੱਗ ਪਏ ਨੇ ਅਤੇ ਕਿਰਾਏ ਦੇ ਪਾਠ ਅਤੇ ਕਿਰਾਏ ਦੇ ਸਾਰੇ ਕਾਰਜ ਧਰਮ ਦਾ ਨਾਮ ਲੈ ਕੇ ਕਰਵਾਏ ਜਾ ਰਹੇ ਨੇ ਅਤੇ ਪੁਜਾਰੀ ਤਬਕਾ ਸਾਨੂੰ ਕੁਰਾਹੇ ਪਾਈ ਜਾ ਰਿਹਾ ਹੈ। ਤਾਂ ਇਹ ਸਾਨੂੰ ਅੱਗੇ ਵਧਣ ਵਾਸਤੇ, ਗਿਆਨ ਲੈਣ ਵਾਸਤੇ, ਪੜ੍ਹਨ ਵਾਸਤੇ ਸਕੂਲ, ਕਾਲਜ, ਯੂਨੀਵਰਸਿਟੀ ਦਾ ਇੱਕ ਰੂਪ ਸੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਪੜ੍ਹਾਈ ਦੇ ਹੋਰ ਕੋਈ ਸਾਧਨ ਨਹੀਂ ਹੈਗੇ ਸੀ ਅਤੇ ਗੁਰੂ ਸਾਹਿਬ ਨੇ ਸਾਨੂੰ ਪੜ੍ਹ ਲਿਖ ਕੇ ਅੱਗੇ ਵਧਣ ਵਾਸਤੇ ਪ੍ਰੇਰਨਾ ਕੀਤੀ ਹੈ। ਤੁਸੀਂ ਆਪ ਅੰਦਾਜ਼ਾ ਲਾਓ, ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਤੱਕ ਪੰਜਾਬ ਦੇ ਉੱਤੇ ਬੇਖੌਫ ਰਾਜ ਕੀਤਾ ਅਤੇ ਕੀ ਆਪਾਂ ਇਹ ਕਹਿ ਦਾਂਗੇ ਕਿ ਗੁਰੂ ਸਾਹਿਬ ਤਾਂ ਰਾਜ ਨਹੀਂ ਕਰ ਸਕੇ, ਇਹ ਆਇਆ ਵੱਡਾ ਸਿਆਣਾ ਅਤੇ ਬਹੁਤੀ ਤਾਕਤ ਵਾਲਾ, ਇਹਨੇ ਰਾਜ ਕਿਉਂ ਕੀਤਾ ਬਈ? ਇਹ ਗੁਰੂ ਨਾਲੋਂ ਕੋਈ ਵੱਡਾ ਬਣਦਾ? ਅੱਜ ਵੀ ਕੋਈ ਮੁੱਖ ਮੰਤਰੀ ਬਣਦਾ, ਕੋਈ ਪ੍ਰਧਾਨ ਮੰਤਰੀ ਬਣਦਾ, ਕੋਈ ਜੱਜ ਬਣਦਾ, ਕੋਈ ਸਿੱਖ ਰਾਸ਼ਟਰਪਤੀ ਬਣਦਾ ਅਤੇ ਗੁਰੂ ਸਾਹਿਬ ਤੇ ਨਾ ਪ੍ਰਧਾਨ ਮੰਤਰੀ ਬਣ ਸਕੇ, ਨਾ ਰਾਸ਼ਟਰਪਤੀ ਅਤੇ ਨਾ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਅਹੁਦਾ ਰਾਜਨੀਤਿਕ ਤੌਰ 'ਤੇ ਉਹਨਾਂ ਨੇ ਲਿਆ। ਕੀ ਉਹ ਫਿਰ ਛੋਟੇ ਹੋ ਗਏ? ਨਹੀਂ, ਉਦੋਂ ਹਾਲਾਤ ਜਿਹੋ ਜਿਹੇ ਸਨ, ਉਹਨਾਂ ਨੂੰ ਉਹੇ ਜਿਹੇ ਹਾਲਾਤਾਂ ਨਾਲ ਨਜਿੱਠਣ ਵਾਸਤੇ ਆਪਣੇ ਆਪ ਨੂੰ ਤਿਆਰ ਕਰਨਾ ਪਿਆ। ਬੇਅੰਤ ਹਾਲਾਤ ਬਦਲਣ ਵਾਸਤੇ, ਲੋਕਾਂ ਦੀ ਸੋਚ ਬਦਲਣ ਵਾਸਤੇ ਉਹਨਾਂ ਨੂੰ ਜੰਗ ਯੁੱਧ ਵੀ ਲੜਨੇ ਪਏ ਨੇ, ਮੁਸੀਬਤਾਂ ਝੱਲਣੀਆਂ ਪਈਆਂ ਨੇ, ਉਦੋਂ ਹਾਲਾਤ ਸਾਜ਼ਗਾਰ ਨਹੀਂ ਸੀ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਸਿੱਖਿਆ ਲੈਣੀ ਹੀ ਲੈਣੀ ਹੈ, ਪਰ ਹੋਰ ਵੀ ਸਿੱਖਿਆ ਦੇ ਕੇਂਦਰ ਬਹੁਤ ਸਾਰੇ ਨੇ। ਅੱਜ ਆਪਾਂ ਲਾਇਸੈਂਸ ਵੀ ਗੱਡੀ ਦਾ ਬਣਾਉਣਾ ਹੋਵੇ ਤਾਂ ਇਕੱਲੇ ਗੁਰਬਾਣੀ ਪੜ੍ਹ ਕੇ ਲਾਇਸੈਂਸ ਨਹੀਂ ਬਣਦਾ, ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਲਾਇਸੈਂਸ ਅਸੀਂ ਬਣਾ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਵਿਦੇਸ਼ ਨੂੰ ਜਾਣਾ ਹੋਵੇ
ਤਾਂ ਆਈਲੈਟਸ ਕਰਨੀ ਜਾਂ ਹੋਰ ਕੋਈ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਨੇ ਉਹ ਸ਼ਰਤਾਂ ਪੂਰੀਆਂ ਕਰਕੇ ਹੀ ਅਸੀਂ ਬਾਹਰ ਜਾ ਸਕਾਂਗੇ। ਕੱਲੀ ਗੁਰਬਾਣੀ ਪੜ੍ਹ ਕੇ ਅਸੀਂ ਵਿਦੇਸ਼ ਨੂੰ ਨਹੀਂ ਜਾ ਸਕਾਂਗੇ। ਇਸੇ ਤਰ੍ਹਾਂ ਸਾਨੂੰ ਪਾਸਪੋਰਟ ਬਣਾਉਣਾ ਪਵੇਗਾ ਅਤੇ ਕੱਲੀ ਗੁਰਬਾਣੀ ਦੀਆਂ ਕੁਝ ਪੰਗਤੀਆਂ ਪੜ੍ਹ ਕੇ ਜਾਂ ਗੁਟਕਾ ਉਹਨਾਂ ਨੂੰ ਵਿਖਾ ਕੇ ਅਸੀਂ ਵਿਦੇਸ਼ 'ਚ ਨਹੀਂ ਜਾ ਸਕਦੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਜੇ ਚੋਣ ਲੜਨੀ ਹੈ, ਕੋਈ ਨੌਕਰੀ ਲੈਣੀ ਹੈ ਤਾਂ ਬਿਜ਼ਨਸ ਵਪਾਰ ਕਰਨਾ ਹੈ, ਉਹ ਗੁਰਬਾਣੀ ਦੀਆਂ ਪੰਗਤੀਆਂ ਪੜ੍ਹ ਕੇ ਆਪਾਂ ਕੰਮ ਨਹੀਂ ਕਰ ਸਕਾਂਗੇ। ਉਹਦੇ ਵਾਸਤੇ ਸਾਨੂੰ ਉਸ ਤਰ੍ਹਾਂ ਦੇ ਕਾਗਜ਼ ਪੱਤਰ ਤਿਆਰ ਕਰਨੇ ਪੈਣਗੇ, ਉਹ ਸਿਖਲਾਈ ਸਾਨੂੰ ਲੈਣੀ ਪਵੇਗੀ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਦਾ ਕੋਈ ਅਪਮਾਨ ਕਰ ਰਹੇ ਹਾਂ। ਸਮੇਂ ਦੇ ਅਨੁਸਾਰ ਇਹ ਸਾਰਾ ਕੁਝ ਬਦਲਦਾ ਰਹਿੰਦਾ ਹੈ, ਸਾਰੀ ਦੁਨੀਆ 'ਚ ਬਦਲਦਾ ਆ ਰਿਹਾ ਹੈ। ਸਾਨੂੰ ਵੀ ਆਪਣੀ ਅਕਲ ਨੂੰ ਥੋੜ੍ਹਾ ਜਿਹਾ ਵਿਕਸਿਤ ਕਰਨਾ ਪਵੇਗਾ, ਸੁਭਾਅ ਨੂੰ ਬਦਲਣਾ ਪਵੇਗਾ। ਅਸੀਂ ਇੱਕ ਥਾਂ 'ਤੇ ਜੰਮ ਨਾ ਜਾਈਏ, ਖਲੋ ਨਾ ਜਾਈਏ, ਰੁਕ ਨਾ ਜਾਈਏ, ਲਗਾਤਾਰ ਅੱਗੇ ਵੱਧਦੇ ਜਾਈਏ। ਕਿਤੇ ਇਹ ਨਾ ਹੋਵੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ। ਗੁਰੂ ਸਾਹਿਬ ਕਹਿ ਰਹੇ ਨੇ ਇੱਥੇ ਗੁਰਬਾਣੀ 'ਚ ਕਿ ਭਾਈ ਬਰਸਾਤ ਦੇ ਮੌਸਮ ਤੋਂ ਪਹਿਲਾਂ, ਹੜ੍ਹ ਆਉਣ ਤੋਂ ਪਹਿਲਾਂ ਆਪਣੀ ਬੇੜੀ ਨੂੰ ਬਚਣ ਵਾਸਤੇ ਤਿਆਰ ਕਰ ਲੈ। ਜਦੋਂ ਹੜ੍ਹ ਆ ਗਿਆ ਉਦੋਂ ਤੂੰ ਬੇੜੀ ਨਹੀਂ ਬਣਾ ਸਕੇਗਾ ਅਤੇ ਅੰਨ ਦਾਣਾ ਪਹਿਲਾਂ ਸੰਭਾਲ ਲੈ। ਜੇ ਬਹੁਤੀਆਂ ਬਰਸਾਤਾਂ ਆ ਗਈਆਂ, ਕੰਮਕਾਰ ਬੰਦ ਹੋ ਗਏ ਤਾਂ ਬੱਚੇ ਭੁੱਖੇ ਨਾ ਮਰ ਜਾਣ। ਤੈਨੂੰ ਇਹ ਪ੍ਰਬੰਧ ਅੰਨ ਦਾਣੇ ਦਾ ਪਹਿਲਾਂ ਕਰਨਾ ਪਵੇਗਾ। ਜੇ ਮਕਾਨ ਤੇਰਾ ਕਮਜ਼ੋਰ ਹੈ, ਬਰਸਾਤਾਂ ਤੋਂ ਪਹਿਲਾਂ ਇਹਦੀ ਮੁਰੰਮਤ ਕਰਨੀ ਪਵੇਗੀ। ਇਹ ਨਹੀਂ ਹੈ ਕਿ ਉੱਤੋਂ ਮੀਂਹ ਆ ਗਿਆ ਅਤੇ ਤੂੰ ਫਿਰ ਬਰਸਾਤ ਦੇ ਵਿੱਚ ਆਪਣੇ ਘਰ ਨੂੰ ਮੁਰੰਮਤ ਕਰਨ ਚੱਲ ਪਏ, ਇਹ ਨਹੀਂ ਹੋ ਸਕੇਗਾ। ਤੈਨੂੰ ਪਹਿਲਾਂ ਸਾਰੇ ਕੰਮ ਪਲਾਨ ਬਣਾ ਕੇ ਕਰਨੇ ਪੈਣਗੇ। ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ। ਜਦੋਂ ਚਾਰੇ ਪਾਸੇ ਠਾਠਾ ਮਾਰਦਾ ਹੜ੍ਹ ਆ ਜਾਂਦਾ ਉਦੋਂ ਤੂੰ ਬਚ ਨਹੀਂ ਸਕੇਗਾ, ਤੈਨੂੰ ਬੇੜੀ ਨੇ ਵੀ ਬਚਾ ਨਹੀਂ ਸਕਣਾ। ਪਹਿਲਾਂ ਤਿਆਰੀਆਂ ਸਾਰੀਆਂ ਕਰਨੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੇਧ ਲੈ ਕੇ ਅਸੀਂ ਗੁਣਵਾਨ ਇਨਸਾਨ, ਪਰਉਪਕਾਰੀ ਇਨਸਾਨ, ਬਹਾਦਰ ਇਨਸਾਨ, ਚੰਗੇ ਇਨਸਾਨ ਅਤੇ ਰਲ ਮਿਲ ਕੇ ਰਹਿਣ ਵਾਲੇ ਇਨਸਾਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਇਨਸਾਨ, ਅਜਿਹੇ ਚੰਗੇ ਇਨਸਾਨਾਂ ਵਾਲੇ ਗੁਣ ਆਪਾਂ ਆਪਣੇ ਅੰਦਰ ਪੈਦਾ ਕਰਨੇ ਨੇ। ਅਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਲਗਾਤਾਰ ਅੱਗੇ ਵਧਣ ਦੀ ਪ੍ਰੇਰਨਾ ਕਰਦੇ ਨੇ। ਅਸੀਂ ਰੁਕ ਨਹੀਂ ਜਾਣਾ। ਜ਼ਿੰਦਗੀ ਸਾਰੀ ਉਮਰ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੋਂ ਲੋਕੀ ਅੱਗੇ ਵਧ ਰਹੇ ਨੇ, ਵਿਕਾਸ ਕਰ ਰਹੇ ਨੇ। ਸਿੱਖਾਂ ਨੇ ਵੀ ਅੱਗੇ ਤੋਂ ਅੱਗੇ ਲਗਾਤਾਰ ਤਰੱਕੀ ਕਰਨੀ ਹੈ, ਵਿਕਾਸ ਕਰਨਾ ਹੈ। ਨਵੇਂ ਹਾਲਾਤਾਂ ਨਾਲ ਦੋ ਹੱਥ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰਨਾ ਹੈ ਤਾਂ ਕਿ ਸੱਚਮੁੱਚ ਅਸੀਂ ਆਪਣੇ ਗੁਰੂ ਦਾ ਆਦਰ ਵਧਾ ਸਕੀਏ, ਗੁਰੂ ਕੇ ਸਿੱਖ ਅਖਵਾ ਸਕੀਏ। ਇਤਨੇ ਕੁ ਬਚਨ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।